ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸੋਸ਼ਲ ਮੀਡੀਆ ਦਾ ਅਸੀਂ ਅਕਸਰ ਜ਼ਿਕਰ ਕਰਦੇ ਹੋਏ ਕਹਿੰਦੇ ਹਾਂ ਕਿ ਬਹੁਤ ਟਾਈਮ ਕੰਜ਼ਿਊਮਿੰਗ ਹੈ। ਬਿਲਕੁਲ ਠੀਕ ਗੱਲ ਆ। ਇਹਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ, ਇਹ ਵੀ ਬਿਲਕੁਲ ਠੀਕ ਗੱਲ ਹੈ, ਕਿਉਂਕਿ ਅਸੀਂ ਬਹੁਤ ਸਾਰਾ ਸਮਾਂ ਸੋਸ਼ਲ ਮੀਡੀਆ ਦੇ ਉੱਤੇ ਬਿਤਾ ਦਿੰਦੇ ਹਾਂ ਤੇ ਪੱਲੇ ਸਾਡੇ ਕੱਖ ਨਹੀਂ ਪੈਂਦਾ, ਕਿਉਂਕਿ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ। ਕਦੀ ਰੀਲਸ ਦੇਖਦੇ ਹਾਂ, ਕਦੀ ਸ਼ਾਰਟਸ ਦੇਖਦੇ ਹਾਂ, ਫਜ਼ੂਲ ਦੀਆਂ ਚੀਜ਼ਾਂ ਜੋ ਸਾਡੇ ਕਿਸੇ ਕੰਮ ਨਹੀਂ ਆਉਣੀਆਂ ਉਹ ਵੀ ਅਸੀਂ ਦੇਖਦੇ ਹਾਂ। ਜਿਨ੍ਹਾਂ ਨੇ ਸੋਸ਼ਲ ਮੀਡੀਆ ਦੀ ਇਜਾਦ ਕੀਤੀ ਉਹ ਕਹਿੰਦੇ ਨੇ ਕਿ ਪੂਰੇ ਦਿਨ ਦੇ ਵਿੱਚ ਸਿਰਫ 15 ਮਿੰਟ ਵਾਸਤੇ ਦੇਖੋ, ਤੇ ਅਸੀਂ ਸਿਰਫ 15 ਮਿੰਟ ਵਾਸਤੇ ਛੱਡਦੇ ਹਾਂ, ਪੁੱਠੇ ਚੱਲਦੇ ਹਾਂ ਅਸੀਂ। ਪਰ ਫਿਰ ਵੀ ਸੋਸ਼ਲ ਮੀਡੀਆ ਦਾ ਬਹੁਤ ਵਧੀਆ ਪ੍ਰਭਾਵ ਹੈ, ਸੋਸ਼ਲ ਮੀਡੀਆ ਦਾ ਬਹੁਤ ਵਧੀਆ ਅਸਰ ਹੈ ਤੇ ਸੋਸ਼ਲ ਮੀਡੀਆ ਦਾ ਬਹੁਤ ਦੂਰ ਤੱਕ ਨਤੀਜਾ ਨਿਕਲਦਾ ਹੈ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਚੱਲਦੇ ਹਾਂ ਕਿ ਥੋੜ੍ਹੀ ਦੇਰ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਟੋਰੀ ਬਹੁਤ ਵਾਇਰਲ ਹੋਈ ਹੈ। ਪਾਕਿਸਤਾਨ ਹਿੰਦੁਸਤਾਨ ਦੀ ਸਰਹੱਦ ਦੇ ਉੱਤੇ ਅਸੀਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਾਂਗੇ ਕਿ ਦੋ ਵਿਛੜੇ ਹੋਏ ਭੈਣ ਭਰਾ 75 ਸਾਲ ਬਾਅਦ ਜਦੋਂ ਉਹਦੀ ਆਜ਼ਾਦੀ ਮਿਲੀ, ਭਾਰਤ ਤੇ ਪਾਕਿਸਤਾਨ ਬਣਿਆ, ਹੋਂਦ ਵਿੱਚ ਆਇਆ ਹੈ ਪਾਕਿਸਤਾਨ ਤੇ ਭਾਰਤ ਅਲੱਗ ਹੋਇਆ ਪਾਕਿਸਤਾਨ ਤੋਂ, ਉਦੋਂ ਤੋਂ ਇੱਕ ਕਹਾਣੀ ਚੱਲਦੀ ਆ ਰਹੀ ਹੈ। ਤੇ 75 ਸਾਲ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਾਣੀ ਜਦੋਂ ਵਾਇਰਲ ਹੁੰਦੀ ਹੈ ਤਾਂ ਦੋਵੇਂ ਭੈਣ ਭਰਾ ਮਿਲਦੇ ਨੇ, ਸ਼੍ਰੀ ਗੁਰਦੁਆਰਾ ਸਾਹਿਬ ਜਾਂਦੇ ਨੇ, ਮੱਥਾ ਟੇਕਦੇ ਨੇ, ਲੰਗਰ ਛਕਦੇ ਨੇ, ਪ੍ਰਸ਼ਾਦ ਲੈਂਦੇ ਨੇ, ਆਸ਼ੀਰਵਾਦ ਲੈਂਦੇ ਨੇ ਤੇ ਲੋਕ ਖੁਸ਼ੀਆਂ 'ਚ ਮਿਠਾਈਆਂ ਵੰਡਦੇ ਨੇ। ਇਹ ਬੜੀ ਪਿਆਰੀ ਹਿਊਮਨ ਸਟੋਰੀ ਹੈ ਤੇ ਅਸੀਂ ਸੋਚਿਆ ਤੁਹਾਡੇ ਨਾਲ ਇਹਦਾ ਜ਼ਿਕਰ ਕੀਤਾ ਜਾਵੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੀ ਅਸੀਂ ਚਰਚਾ ਕਰਨੀ ਹੈ ਅੱਜ ਪੰਜਾਬ ਚਰਚਾ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ। ਵੈਲਕਮ ਟੂ ਪੰਜਾਬ ਚਰਚਾ ਮਨਜੀਤ ਜੀ। ਧੰਨਵਾਦ ਜੀ ਸੰਜੀਵ ਜਸ ਖੰਨਾ ਜੀ। ਸੋ ਮਨਜੀਤ ਜੀ, ਇਹ ਜਿਹੜੀ ਕਹਾਣੀ ਹੈ, ਇਹ ਹਿਊਮਨ ਸਟੋਰੀ, ਇਨਸਾਨ ਦੀਆਂ ਸੰਵੇਦਨਾਵਾਂ, ਇਨਸਾਨ ਦੀਆਂ ਭਾਵਨਾਵਾਂ, ਇਹ ਸਭ ਬਹੁਤ ਵਧੀਆ ਲੱਗਦੀਆਂ ਨੇ ਸਾਨੂੰ ਸਾਰਿਆਂ ਨੂੰ। ਤੇ 75 ਸਾਲ ਬਾਅਦ ਉਹ ਬਜ਼ੁਰਗ ਦੋਵੇਂ ਮਿਲਦੇ ਪਏ ਨੇ। ਤੁਸੀਂ ਵੀ ਇਹ ਕਹਾਣੀ ਜ਼ਰੂਰ ਦੇਖੀ ਹੋਏਗੀ ਸੋਸ਼ਲ ਮੀਡੀਆ ਦੇ ਉੱਤੇ। ਜੀ ਮਨਜੀਤ ਜੀ। ਦੇਖੋ, ਜਿਹੜੇ ਮਨੁੱਖੀ ਰਿਸ਼ਤੇ ਹੈਗੇ, ਮਨੁੱਖੀ ਸਾਂਝ ਆ, ਜਿਹੜੀ ਅੰਦਰੋਂ ਤੋਰ, ਜਿਹਨੂੰ ਕਹਿ ਲਓ ਕਿ ਗਹਿਰੀ ਭਾਸ਼ਾ, ਜਿਹੜੀ ਪਿਆਰ ਦੀ ਭਾਸ਼ਾ ਆ, ਜਿਹੜੀ ਇੱਕ ਦੂਜੇ ਨਾਲ ਮਿਲਣ ਦੀ ਤਾਂਘ ਦੀ ਭਾਸ਼ਾ ਆ, ਉਹ ਸਾਰੀਆਂ ਭਾਸ਼ਾਵਾਂ, ਸਾਰੇ ਦੇਸ਼ ਦੀਆਂ ਸਰਹੱਦਾਂ ਔਰ ਸਾਰੇ ਕਾਇਦੇ ਕਾਨੂੰਨ, ਸਾਰੇ ਧਰਮ, ਜਾਤ, ਮਜ਼ਹਬਾਂ ਨੂੰ ਤੋੜ ਕੇ ਪਹੁੰਚਦੀ ਹੈ। ਉਹਦੀ ਕਿੰਨੀ ਪ੍ਰਬਲ ਸ਼ਕਤੀ ਹੋਊਗੀ, ਜਾਣੀ ਜਿਸ ਤਰੀਕੇ ਨਾਲ ਅੱਜ ਕੱਲ੍ਹ ਅਸੀਂ ਸੁਪਰਸੋਨਿਕ ਮਿਜ਼ਾਈਲ ਛੱਡਦੇ ਹਾਂ, ਜਿਹਦਾ ਆਵਾਜ਼ ਨਾਲੋਂ 10 ਗੁਣਾ ਸਪੀਡ ਨਾਲ ਭੱਜਦੇ ਹੈ, ਉਸ ਕਿਸਮ ਦੀ ਉਹਦੇ ਨਾਲੋਂ ਵੀ ਕਈ ਗੁਣਾ ਮਤਲਬ ਤੇਜ਼, ਤੇ ਉਹਦੀ ਪਕੜ ਤੇ ਉਹਦਾ ਅਸਰ ਸਾਡੇ ਹਮੇਸ਼ਾ ਜ਼ਿਹਨ 'ਚ ਰਹਿੰਦਾ। ਉਹ ਗੱਲ ਲੱਗ ਗਿਆ ਕਿ ਅਸੀਂ ਉਸ ਚੀਜ਼ ਨੂੰ ਕਦੀ ਉੱਭਰ ਕੇ ਸਾਹਮਣੇ ਆਉਣ ਨਹੀਂ ਦਿੰਦੇ ਜੀ। ਇਸ ਗੱਲ ਦਾ ਸਬੂਤ ਬਿਲਕੁਲ ਇਸ ਰਿਸ਼ਤੇ ਦੇ, ਇਸ ਸਟੋਰੀ ਨੇ ਸਾਡੇ ਸਾਹਮਣੇ ਪੇਸ਼ ਕੀਤਾ। 81 ਸਾਲ ਦੀ ਮਹਿੰਦਰ ਕੌਰ ਔਰ 78 ਸਾਲ ਦੇ ਅਬਦੁਲ ਅਜ਼ੀਜ਼ ਸਾਹਿਬ, ਸ਼ੇਖ ਅਬਦੁਲ ਅਜ਼ੀਜ਼, ਉਹ 78 ਸਾਲ ਦੇ ਆ। ਹੁਣ ਦੇਖੋ ਕਿ ਉਹ ਜੇ ਇੱਕ ਪਰਿਵਾਰ ਵਿਛੜਿਆ ਤੇ ਉਹ ਇੱਕ ਹੀ ਧਰਮ ਦੇ ਹੋਣਗੇ। ਇਸ ਵੇਲੇ ਇੱਕ ਸ਼ੇਖ ਹੈ ਤੇ ਇੱਕ ਮਹਿੰਦਰ ਕੌਰ ਹੈ, ਪਰ ਕਿਹੜਾ ਰਿਸ਼ਤਾ ਵੱਡਾ ਹੋਇਆ? ਧਰਮਾਂ ਦਾ ਹੋਇਆ। ਪਾਕਿਸਤਾਨ ਪੰਜਾਬ ਦਾ ਬਾਰਡਰ ਦਾ ਜਿਹੜਾ ਇੱਕ ਦੂਜੇ ਨੂੰ ਵਿਛੋੜਨਾ ਤੇ ਨਫ਼ਰਤ ਦੇ ਪਾਤਰ ਬਣਾਉਣਾ, ਉਹਦਾ ਹੋਇਆ, ਜਾਂ ਕਿਸ ਕਿਸਮ ਦੇ ਸਾਡੇ ਜਿਹੜੇ ਉਹ ਆਖਿਰਕਾਰ ਪਿਆਰ ਦੀ ਖਿੱਚ, ਭੈਣ ਭਰਾ ਦੀ ਖਿੱਚ, ਔਰ ਉਹ ਜਿਹੜੀ ਤਾਂਘ ਸਾਡੇ ਅੰਦਰ ਹਮੇਸ਼ਾ ਰਹਿੰਦੀ ਹੈ, ਉਹਦੀ ਜਿੱਤ, ਤੇ ਉਹੀ ਅਸਲੀ ਰਿਸ਼ਤਾ ਹੈਗਾ। ਅਸਲੀ ਸੱਚਾਈ ਉਹ ਹੈ। ਦੇਖੋ, ਉਹ ਉੱਥੇ ਮਿਲਦੇ ਆ, ਸੋਸ਼ਲ ਮੀਡੀਆ ਰਾਹੀਂ ਮਿਲਦੇ ਆ। ਉਹਨਾਂ ਨੂੰ ਪਤਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ 'ਚ ਅਸੀਂ ਮਿਲ ਰਹੇ ਹਾਂ। ਅਬਦੁਲ ਅਜ਼ੀਜ਼ ਸਾਹਿਬ ਤੇ ਉੱਥੇ ਸੀ, ਇੱਧਰੋਂ ਉਹਨਾਂ ਦੀ ਭੈਣ ਮਹਿੰਦਰ ਕੌਰ ਉੱਥੇ ਪਹੁੰਚੀ, ਤੇ ਜਦੋਂ ਮਿਲਦੇ ਆ ਤੇ ਆਪਣੇ ਭਰਾ ਦੇ ਹੱਥਾਂ ਨੂੰ ਬਾਰ-ਬਾਰ ਚੁੰਮਦੀ ਹੈ, ਬਾਰ-ਬਾਰ ਉਹਨੂੰ ਜੱਫੀ 'ਚ ਲੈਂਦੀ ਹੈ ਕਿ ਠੀਕ ਹੈ, ਮੇਰਾ ਜਿਵੇਂ ਪੂਰਾ ਜੀਵਨ ਸਫਲ ਹੋ ਗਿਆ ਹੋਵੇ, ਨਹੀਂ ਤੇ ਉਹ ਜੀਵਨ ਅਧੂਰਾ ਹੀ ਇਸ ਦੁਨੀਆ 'ਚੋਂ ਚਲੇ ਜਾਣਾ ਸੀ। 81 ਸਾਲ ਦੀ ਬਜ਼ੁਰਗ ਮਹਿੰਦਰ ਕੌਰ ਪਹਿਲਾਂ ਹੀ ਹੈ। ਉਸ ਨੂੰ ਉੱਥੇ ਕੋਈ ਗੁਰਦੁਆਰਾ ਸਾਹਿਬ ਦਾ ਕਿਸੇ ਕਿਸਮ ਦਾ ਬੈਰੀਅਰ ਨਹੀਂ ਹੈ। ਉੱਥੇ ਮਸਜਿਦ ਦਾ, ਜਾਤ ਦਾ, ਧਰਮ ਦਾ, ਕਿਸੇ ਕਿਸਮ ਦਾ ਕੋਈ ਵੀ ਬੈਰੀਅਰ ਨਹੀਂ ਹੈ, ਰੁਕਾਵਟ ਨਹੀਂ ਹੈ। ਪਿਆਰ ਹੀ ਪਿਆਰ ਹੈ, ਤੇ ਪਿਆਰ ਸਾਰੀਆਂ ਚੀਜ਼ਾਂ ਤੋਂ, ਨਫ਼ਰਤਾਂ ਤੋਂ, ਭਾਵਨਾਵਾਂ ਤੋਂ, ਤੇ ਕੰਡਿਆਂ ਵਾਲੀਆਂ ਤਾਰਾਂ ਤੋਂ, ਤੇ ਈਵਨ ਪੂਜਣ ਵਾਲੇ ਧਰਮ ਸਥਾਨਾਂ ਤੋਂ ਵੀ ਉੱਪਰ ਹੈ। ਬਿਲਕੁਲ ਇਹ ਬਹੁਤ ਵੱਡੀ ਗੱਲ ਹੈ
ਬਹੁਤ ਜਿਹੜੀ ਵੱਡੀ ਗੱਲ ਸੋਚਣ ਹੈ। ਵਾਲੀ, ਜਿਹੜੇ ਸਾਡੇ ਸੂਫੀ ਜਿਹੜੇ ਸੂਫੀ ਸਾਡੇ ਸੀਗੇ ਇੱਥੇ, ਮਹਾਰਾਜ ਕਹਿ ਲਓ ਤੁਸੀਂ ਉਹਨਾਂ ਨੂੰ, ਸੂਫੀ ਮੱਤ ਦੇ ਅਨੁਯਾਈ ਕਹਿ ਲਓ, ਸੰਤ ਫਾਲੋਵਰ ਸੀਗੇ, ਸੂਫੀ ਬਿਲਕੁਲ ਉਹ ਇਸੇ ਗੱਲ ਨੂੰ, ਜਿਹੜਾ ਅਲਟੀਮੇਟ ਪਿਆਰ ਆ, ਪਰਮਾਤਮਾ ਦਾ ਪਿਆਰ, ਕਾਇਨਾਤ ਦਾ ਪਿਆਰ, ਉਹ ਤੇ ਇਹਦੋਂ ਵੀ ਅੱਗੇ ਜਾਂਦੇ ਸੀ। ਬਿਲਕੁਲ ਇਹ ਬਿਲਕੁਲ ਉਸੇ ਹੀ ਜਿਹੜਾ ਅਲਟੀਮੇਟ ਪਿਆਰ ਆ, ਤੇ ਜਿਹੜਾ ਸਭ ਤੋਂ ਸੱਚਾ ਤੇ ਉੱਚਾ ਤੇ ਸੁੱਚਾ ਹੈ, ਔਰ ਜਿਹਦੇ ਦੇ ਮੁਕਾਬਲੇ ਕੋਈ ਵੀ ਦੁਨੀਆ ਦਾ ਕਾਨੂੰਨ, ਦੇਸ਼, ਭਾਸ਼ਾ, ਉਹਦੀ ਭਾਸ਼ਾ ਵੀ ਕੋਈ ਨਹੀਂ ਹੈ। ਚੰਗੀ ਗੱਲ ਇਹ ਹੈ ਕਿ ਉਹ ਕੋਈ ਵੀ, ਉਹਦੇ ਸਾਹਮਣੇ ਸਾਰਾ ਕੁਝ ਢਹਿ ਢੇਰੀ ਹੋ ਜਾਂਦਾ ਜਦੋਂ ਆਪਾਂ ਉਸ ਤੇ ਪਹੁੰਚਦੇ ਹਾਂ। ਤੇ ਇਹ ਉਹਦਾ ਮਿਨੀਏਚਰ ਰੂਪ ਆ, ਛੋਟਾ ਰੂਪ ਆ, ਜਿਹੜਾ ਮਹਿੰਦਰ ਕੌਰ ਨੇ ਔਰ ਅਬਦੁਲ ਅਜ਼ੀਜ਼ ਨੇ ਇੱਕ ਦੂਜੇ ਨਾਲ ਗਲਵੱਕੜੀ ਪਾ ਕੇ ਇਸ ਗੱਲ ਦਾ ਸਬੂਤ ਦਿੱਤਾ। ਇੱਕ ਦੂਜੇ ਨਾਲ ਤੋਹਫੇ ਜੋ ਵੀ ਲਿਆਂਦੇ ਸੀ ਉਹ ਐਕਸਚੇਂਜ ਕੀਤੇ, ਤੇ ਉਹਨਾਂ ਨੂੰ ਲੱਗਦਾ ਸੀ ਠੀਕ ਹੈ, ਜੇ ਮੰਦਿਰ ਮਸਜਿਦ ਹੁੰਦਾ ਤੇ ਉਹ ਮਸਜਿਦ ਜਾਂਦੇ, ਕਿਉਂਕਿ ਗੁਰਦੁਆਰਾ ਸਾਹਿਬ ਚ ਮਿਲੇ ਸੀ। ਦੋਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਵੀ ਹੋਏ, ਲੰਗਰ ਦਾ ਲੰਗਰ ਛਕਿਆ ਉੱਥੇ। ਤਾਂ ਉਦੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਕਿੱਡਾ ਵੱਡਾ ਇੱਕ ਜਿਹੜਾ ਖੁਲਾ ਸੀ ਉਹ ਭਰਿਆ ਹੋਊਗਾ, ਜਿਹੜੀ ਤਾਂਘ ਸੀ ਉਹ ਪੂਰੀ ਹੋਈ ਹੋਊਗੀ, ਅਸੀਂ ਇਹ ਅੰਦਾਜ਼ਾ ਲਾ ਸਕਦੇ। ਇਸ ਲਈ ਜੀ ਇਸੇ ਕਰਕੇ ਜਦੋਂ ਰਾਜਨੀਤਿਕ ਪਾਰਟੀਆਂ, ਧਰਮਾਂ ਦੇ ਠੇਕੇਦਾਰ, ਹੋਰ ਪਖੰਡੀ, ਜਾਂ ਕਿੰਨੇ ਹੀ ਕਿਹੋ ਜਿਹੀਆਂ ਏਜੰਸੀਆਂ ਜਿਹੜੀਆਂ ਲੋਕਾਂ 'ਚ ਨਫ਼ਰਤ ਪੈਦਾ ਕਰਦੀਆਂ, ਲੋਕਾਂ ਦੇ ਵਿੱਚ ਮੰਦ ਭਾਵਨਾ ਪੈਦਾ ਕਰਦੀਆਂ, ਉਹ ਕਾਇਰ ਹੈਗੇ ਆ, ਉਹ ਮਨੁੱਖਤਾ ਦੇ ਵਿਰੁੱਧ ਆ, ਉਹ ਰੱਬ ਦੇ ਵੀ ਵਿਰੁੱਧ ਆ, ਤੇ ਰੱਬ ਨੂੰ ਵੀ ਨਫ਼ਰਤ ਫੈਲਾਉਣ ਲਈ ਕਦੀ ਰਾਮ ਦੇ ਨਾਂ ਤੇ, ਕਦੀ ਰਾਮ ਦੇ ਰਹੀਮ ਦੇ ਨਾਂ ਦੇ ਉੱਤੇ ਜਦੋਂ ਤੁਸੀਂ ਇਹੋ ਜਿਹੇ ਕੰਮ ਕਰਦੇ ਆ, ਤਾਂ ਉਹ ਰੱਬ ਉਹਦੇ ਤੇ ਕਦੀ ਵੀ, ਪਰਮਾਤਮਾ ਅੱਲਾ ਖੁਸ਼ ਨਹੀਂ ਹੁੰਦਾ, ਨਾ ਰਾਮ ਖੁਸ਼ ਹੁੰਦਾ। ਆਪਾਂ ਜੇ ਉਹਨਾਂ ਦਾ ਨਾਂ ਲੈ ਕੇ ਕੁਝ ਸੁਨੇਹਾ ਦੇਣਾ ਤਾਂ ਪਿਆਰ ਦਾ ਦਈਏ, ਜੁੜਤ ਦਾ ਦਈਏ, ਸਤਿਕਾਰ ਦਾ ਦਈਏ, ਇੱਕ ਦੂਜੇ ਨੂੰ ਗਲਵੱਕੜੀ 'ਚ ਲੈਣ ਦਾ ਸੁਨੇਹਾ ਦਈਏ। ਹਾਂਜੀ ਮਨਜੀਤ ਜੀ, 1947 ਦੇ ਵਿੱਚ ਸਿਆਸਤ ਨੇ ਇੱਕ ਕਲਮ ਚੁੱਕ ਕੇ ਨਕਸ਼ੇ ਦੇ ਉੱਤੇ ਲਾਈਨ ਖਿੱਚ ਦਿੱਤੀ ਕਿ ਉਧਰ ਰਹਿ ਗਿਆ ਪਾਕਿਸਤਾਨ ਤੇ ਇੱਧਰ ਰਹਿ ਗਿਆ ਹਿੰਦੁਸਤਾਨ। ਹਾਲਾਂਕਿ ਪੰਜਾਬ ਹੈ, ਪੰਜਾਬ ਦਾ ਸੀਨਾ ਚੀਰ ਕੇ ਪਾਕਿਸਤਾਨ ਬਣਾ ਦਿੱਤਾ, ਕੰਡੇ ਵਾਲੀ ਤਾਰ ਲਾ ਦਿੱਤੀ ਔਰ ਸਰਹੱਦ ਬਣਾ ਦਿੱਤੀ। ਤੇ ਕਿਸੇ ਕਵੀ ਨੇ ਕਿਹਾ ਹੈ, सरहद क्या है बंटवारा है, उड़ते पंछी कहते हैं, इधर भी इंसान रहते हैं उधर भी इंसान रहते हैं। ਤੇ ਇਨਸਾਨ ਦੀ ਇਨਸਾਨ ਨਾਲ ਮੁਹੱਬਤ ਜਿਹੜੀ ਹੈ ਉਹ ਅਸੀਂ ਦੇਖ ਰਹੇ ਹਾਂ ਦੋਵਾਂ ਭੈਣਾਂ ਭਰਾਵਾਂ ਦੇ ਰੂਪ ਦੇ ਵਿੱਚ। ਅਸੀਂ ਇਸ ਤੋਂ ਸਿੱਖ ਵੀ ਸਕਦੇ ਹਾਂ, ਔਰ ਇਹ ਜਿਹੜੀਆਂ ਨਾ ਸਮਝੀਆਂ ਹੋ ਚੁੱਕੀਆਂ ਨੇ ਇਤਿਹਾਸ ਦੇ ਵਿੱਚ, ਇਹ ਨਾ ਸਮਝੀਆਂ ਨਾ ਦੁਹਰਾਈਆਂ ਜਾਣ, ਕਿਉਂਕਿ ਸਭ ਤੋਂ ਉੱਤੇ ਹੈ ਇਨਸਾਨ, ਇਨਸਾਨ ਦੀ ਮੁਹੱਬਤ। ਤੁਸੀਂ ਸੂਫੀ ਸੰਤਾਂ ਦੀ ਗੱਲ ਕੀਤੀ ਹੈ, ਗੁਰੂ ਸਾਹਿਬਾਨ ਦੀ ਗੱਲ ਕਰਦੇ ਹੋ। ਗੁਰੂ ਸਾਹਿਬਾਨ, ਸੂਫੀ ਸੰਤ ਹਮੇਸ਼ਾ ਜੋੜਨ ਦਾ ਕੰਮ ਕਰਦੇ ਨੇ, ਸਿਆਸਤ ਹਮੇਸ਼ਾ ਤੋੜਨ ਦਾ ਕੰਮ ਕਰਦੀ ਹੈ। ਸਿਆਸਤ ਤੋਂ ਜਿਹੜੀ ਇਹ ਸੌੜੀ ਸੋਚ ਵਾਲੀ ਸਿਆਸਤ ਹੈ, ਜਿਹੜੀ ਇਹ ਗੰਦੀ ਰਾਜਨੀਤੀ ਹੈ, ਇਹਦੇ ਤੋਂ ਸਾਵਧਾਨ ਰਹੀਏ। ਅੱਗੇ ਵਧਦੇ ਹਾਂ। ਸਤਿਆਪਾਲ ਮਲਿਕ ਜੀ, ਜੋ ਕਿ ਜੰਮੂ ਕਸ਼ਮੀਰ ਦੇ ਪਹਿਲਾਂ ਵੀ ਗਵਰਨਰ ਰਹਿ ਚੁੱਕੇ ਨੇ, ਉਹਨਾਂ ਨੇ ਇੱਕ ਵਾਰੀ ਫਿਰ ਤੋਂ ਬਿਆਨ ਦਿੱਤਾ ਕਿ ਸੰਨ 2019 ਲੋਕ ਸਭਾ ਚੋਣਾਂ ਸਾਡੇ ਫੌਜੀਆਂ ਦੀਆਂ ਲਾਸ਼ਾਂ ਤੇ ਲੜੀਆਂ ਗਈਆਂ। ਇਹ ਸਤਿਆਪਾਲ ਮਲਿਕ ਜੀ ਨੇ ਇੱਕ ਵਾਰ ਫਿਰ ਤੋਂ ਗੱਲ ਕੀਤੀ ਹੈ। ਪੁਲਵਾਮਾ ਹਮਲੇ ਦੀ ਗੱਲ ਇੱਕ ਵਾਰੀ ਫਿਰ ਤੋਂ ਹੋ ਰਹੀ ਹੈ। ਮਨਜੀਤ ਜੀ, ਨਹੀਂ, ਬਿਲਕੁਲ ਬਿਲਕੁਲ ਉਹ ਠੀਕ ਕਹਿ ਰਿਹਾ। ਕਹਿੰਦੇ ਕਿ 40 ਫੌਜੀ ਸ਼ਹੀਦ ਹੋਏ ਹੈ, ਉਹਨਾਂ ਦੀ ਕੋਈ ਪੁਖਤਾ ਇਨਕੁਆਇਰੀ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ, ਜਾਣਬੁੱਝ ਕੇ ਹੋਣ ਨਹੀਂ ਦਿੱਤੀ ਜਾਂਦੀ। ਇਹ ਕੁਝ ਹੋਇਆ ਤੇ ਮੈਂ ਜਿਹੜੇ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ, ਉਹ ਉਦੋਂ ਕਿਤੇ ਫਿਲਮ ਦੀ ਸ਼ੂਟਿੰਗ 'ਚ ਲੱਗੇ ਸੀ। ਉਦੋਂ ਬਾਅਦ ਜਦੋਂ ਫੋਨ ਆਇਆ ਕਹਿੰਦੇ ਪ੍ਰਧਾਨ ਮੰਤਰੀ ਦਾ, ਤੇ ਮੈਂ ਉਹਨਾਂ ਨੂੰ ਦੱਸਣਾ ਚਾਹਿਆ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ। ਉਹ ਕਹਿੰਦੇ ਚੁੱਪ ਰਹੋ। ਉਹ ਕਹਿੰਦੇ ਕਿ ਜੇ ਇਨਕੁਆਇਰੀ ਹੁੰਦੀ ਤੇ ਹੋਮ ਮਿਨਿਸਟਰ ਨੂੰ ਅਸਤੀਫਾ ਦੇਣਾ ਪੈਣਾ ਸੀ, ਹੋਰਨਾਂ ਕਈਆਂ ਦੇ ਵੀ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਹੈਡ ਵਿਲ ਰੋਲ, ਤੇ ਕਈਆਂ ਨੂੰ ਹੋਰ ਤਕਲੀਫ ਉਹਦੀ ਹੋ ਜਾਣੀ ਸੀ। ਪਰ ਉਹਨਾਂ ਨੂੰ ਚੁੱਪ ਕਰਾਤਾ ਗਿਆ, ਕਿਉਂਕਿ ਉਹਨਾਂ ਦੇ ਲਾਏ ਹੋਏ ਗਵਰਨਰ ਸੀ। ਉਹ ਕਹਿੰਦੇ ਕਿ ਮੇਰੀ ਗਲਤੀ ਇਹੀ ਹੈ ਕਿ ਮੈਂ ਉਦੋਂ ਚੁੱਪ ਰਿਹਾ। ਪਰ ਉੱਥੇ ਗੱਲ ਉਹਨਾਂ ਨੇ ਬੜੀ ਵਾਰੀ ਪਹਿਲਾਂ ਵੀ ਕਹੀ ਹੈ, ਪਰ ਉਹ ਹਰ ਵਾਰੀ ਇਹ ਫੋਰਸ ਦੇ ਕੇ ਇਹ ਗੱਲ ਜਿਹੜੀ ਨਵੀਂ ਕਹਿ ਰਿਹਾ ਕਿ ਜੇ ਤੁਸੀਂ ਐਤਕੀ ਵੋਟਾਂ ਇਹਨਾਂ ਲੋਕਾਂ ਨੂੰ ਪਾਈਆਂ, ਜਿਹੜੇ ਫੌਜੀਆਂ ਦੀਆਂ ਲਾਸ਼ਾਂ ਤੇ ਵੀ ਰਾਜਨੀਤੀ ਕਰ ਸਕਦੇ ਆ ਤੇ ਦੇਸ਼ ਦੇ ਸਾਹਮਣੇ ਸੱਚਾਈ ਨੂੰ ਦਬਾ ਕੇ ਰੱਖ ਸਕਦੇ ਆ,
ਤਾਂ ਅਗਲੀ ਵਾਰੀ ਵੋਟਾਂ ਨਹੀਂ ਪੈਣੀਆਂ। ਅਗਲੀ ਵਾਰੀ ਉਹ ਸਮਝ ਲੈਣਗੇ ਕਿ ਹੁਣ ਵੋਟਾਂ ਦੀ ਕੋਈ ਲੋੜ ਨਹੀਂ, 3 ਵਾਰੀ ਤੁਸੀਂ ਮੈਨੂੰ ਹੀ ਜਿਤਾਇਆ ਤੇ ਕਾਹਨੂੰ ਬਾਰ-ਬਾਰ ਖਰਚਾ ਕਰਨਾ। ਇਹ ਉਹ ਰਾਜਸਥਾਨ 'ਚ ਇੱਕ ਜਗ੍ਹਾ ਭਾਸ਼ਣ ਦਿੰਦੇ ਹੋਏ ਕਹਿ ਰਹੇ ਸੀ ਤੇ ਜਾਣੀ ਉਹ ਆਪਣੀ ਬਾਗੀ ਸੁਰਾਂ ਨੂੰ ਜਾਂ ਜਿਹੜੀ ਉਹਨਾਂ ਦੇ ਇੱਕ ਅਸਲੀਅਤ ਜਿਹੜੀ ਕਿ ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਕਿ ਉੱਥੋਂ ਉਹਨਾਂ ਦੀ ਗੋਆ ਟ੍ਰਾਂਸਫਰ ਹੋਈ, ਗੋਆ ਦੇ ਵਿੱਚ ਉਹਨਾਂ ਨੇ ਉੱਥੇ ਦੇ ਚੀਫ ਮਿਨਿਸਟਰ ਬਾਰੇ ਪ੍ਰਧਾਨ ਮੰਤਰੀ ਨੂੰ ਕਿਹਾ, ਕਹਿੰਦੇ ਤੇ ਉਹ ਕਿ ਉੱਥੇ ਕਰਪਸ਼ਨ ਹੋ ਰਹੀ ਹੈ ਔਰ ਚੀਫ ਮਿਨਿਸਟਰ ਨੂੰ ਤਾਂ ਕੀ ਕਹਿਣਾ ਸੀ, ਇਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ। ਤੇ ਉਹ ਵੀ ਗੱਲ ਕਹਿੰਦੀ ਹੈ ਕਿ ਮੋਦੀ ਜੀ ਕਰਪਸ਼ਨ ਨੂੰ ਕੋਈ ਬਹੁਤਾ ਬੁਰਾ ਨਹੀਂ ਮੰਨਦੇ। ਇਹ ਉਹਨਾਂ ਪਹਿਲਾਂ ਵੀ ਬਿਆਨ ਦਿੱਤਾ ਸੀ, ਅੱਜ ਫੇਰ ਇਸ ਨੂੰ ਕਿਹਾ ਤੇ 300 ਕਰੋੜ ਦਾ ਜਿਹੜਾ ਉਹਨਾਂ ਨੇ ਫੇਰ ਜਿਹਦੀ ਕਿ ਇਨਕੁਆਇਰੀ ਵੀ ਕੀਤੀ, ਜਿਹਦੇ ਸਾਹਮਣੇ ਜਿਸ ਲਈ ਉਹ ਪੇਸ਼ ਵੀ ਹੋਏ, ਉੱਥੇ ਕਿਹੜਾ ਬੰਦਾ ਸੀਗਾ ਜਿਹੜਾ ਸ਼ਾਇਦ ਕੋਈ ਆਰਐਸਐਸ ਦੇ ਨਾਲ ਲਿੰਕਡ ਬੰਦਾ ਸੀ ਜਾਂ ਪ੍ਰਧਾਨ ਮੰਤਰੀ ਦੇ ਨਾਲ ਇਨਡਾਇਰੈਕਟਲੀ ਕੋਈ ਲਿੰਕਡ ਬੰਦਾ ਸੀ, ਉਹ ਪ੍ਰੂਫ ਹੋਇਆ ਜਾਂ ਨਹੀਂ ਹੋਇਆ ਰੱਬ ਜਾਣੇ। ਪਰ ਇਹੋ ਜਿਹੇ ਬੰਦੇ ਜ਼ਰੂਰ ਸੀ ਜਿਹੜੇ 300 ਕਰੋੜ ਰੁਪਈਆ ਦੇ ਕੇ, ਵੱਡੀ ਦੇ ਕੇ, ਜਦੋਂ ਇਹ ਗਵਰਨਰ ਸੀ ਜੰਮੂ ਕਸ਼ਮੀਰ ਦੇ, ਤੇ ਕਿਸੇ ਇੰਸ਼ੋਰੈਂਸ ਫਰਮ ਦਾ ਦਸਤਖਤ ਕਰਵਾਉਣੇ ਚਾਹੀਦੇ ਸੀ ਕਿ ਉਸ ਨੂੰ ਇੰਸ਼ੋਰੈਂਸ ਦਾ ਉੱਥੇ ਠੇਕਾ ਮਿਲ ਜਾਏ। ਇਹ ਗੱਲਾਂ ਵੀ ਉਹਨਾਂ ਨੇ ਮੁੜ ਦੁਹਰਾਈਆਂ, ਦੋਵੇਂ ਗੱਲਾਂ, ਕਿ ਇੱਕ ਤੇ ਜਿਹੜਾ ਇਹ ਦੇਸ਼ ਪ੍ਰੇਮੀ ਕਹਿੰਦੇ ਆ ਉਸ ਚੀਜ਼ ਦਾ ਭਾਂਡਾ ਚਰਾਹੇ 'ਚ ਭੰਨਿਆ ਕਿ ਦੇਸ਼ ਪਿਆਰ ਨਹੀਂ ਸੱਤਾ ਪਿਆਰ, ਔਰ ਦੂਸਰਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ, ਉਹਦਾ ਵੀ ਉਹਨਾਂ ਨੇ ਠਾ ਠਾ ਕਰਕੇ ਚੰਗੇ ਪਟਾਕੇ ਉੱਥੇ ਪਾਏ ਆ ਔਰ ਨਾਲ ਹੀ ਕਿਹਾ ਕਿ ਇਹਨਾਂ ਤੋਂ ਬਚਿਓ, ਇਹਨਾਂ ਨੇ ਦੇਸ਼ ਨੂੰ ਉਸ ਕਿਸਮ ਨਾਲ ਜੀਣ ਨਹੀਂ ਦੇਣਾ, ਸ਼ਾਂਤੀ ਨਾਲ ਜੀਣ ਨਹੀਂ ਦੇਣਾ। ਮਨਜੀਤ ਜੀ, ਇਹਦੇ 'ਚ ਇੱਕ ਗੱਲ ਬੜੀ ਇੰਪੋਰਟੈਂਟ ਆਉਂਦੀ ਪਈ ਹੈ ਜਿਹੜੀ ਮਲਿਕ ਸਾਹਿਬ ਨੇ ਕਿਹਾ, ਤੁਸੀਂ ਵੀ ਆਪਣੀ ਗੱਲਬਾਤ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਕਿ ਜੇ ਇਸ ਵਾਰ ਵੀ ਬੀਜੇਪੀ ਸੱਤਾ 'ਚ ਆਉਂਦੀ ਹੈ ਸੰਨ 2024 ਦੀਆਂ ਇਲੈਕਸ਼ਨਸ ਦੇ ਵਿੱਚ, ਤਾਂ ਇਹ ਗੱਲ ਕਿਉਂ ਕਹੀ ਜਾ ਰਹੀ ਹੈ ਕਿ ਫਿਰ ਉਸ ਤੋਂ ਬਾਅਦ ਇਲੈਕਸ਼ਨਸ ਨਹੀਂ ਹੋਣਗੀਆਂ, ਫਿਰ ਉਸ ਤੋਂ ਬਾਅਦ ਇਹ ਕਿਹਾ ਜਾਏਗਾ ਕਿ ਤੁਸੀਂ ਮੈਨੂੰ ਚੁਣਿਆ ਤੇ ਹੁਣ ਮੈਨੂੰ ਹੀ ਬਣਿਆ ਰਹਿਣ ਦਿਓ। ਇਹ ਗੱਲ ਕਿਉਂ ਕਹੀ ਜਾ ਰਹੀ? ਫਿਰ ਤੇ ਲੋਕਤੰਤਰ ਕਿਤੇ ਵੀ ਨਹੀਂ ਰਹਿ ਗਿਆ। ਜਿਹੜੀਆਂ ਨਾਗਰਿਕਾਂ ਕੋਲ ਸਾਰੀਆਂ ਅਧਿਕਾਰ ਮਿਲੀਆਂ ਨੇ ਵੋਟਾਂ ਪਾਉਣ ਦੀਆਂ, ਉਹ ਵੀ ਨਹੀਂ ਕਿਤੇ ਰਹਿ ਗਈਆਂ। ਫਿਰ ਇਹ ਲੋਕਤੰਤਰ ਦਾ ਕੀ ਬਣਨਾ ਹੈ? ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸੱਤਾਧਾਰੀ ਲੋਕ ਆ ਉਹਨਾਂ ਦਾ ਸਾਧਨਾ ਤੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਪ੍ਰੋਪੇਗੰਡੇ ਤੇ ਇੰਨਾ ਜ਼ਿਆਦਾ ਕਬਜ਼ਾ ਕਿ ਉਹ ਝੂਠ ਨੂੰ ਸੱਚ ਬਣਾ ਕੇ ਵੇਚ ਸਕਦੇ ਆ। ਤੇ ਜਦੋਂ ਉਹ 3 ਵਾਰੀ ਜਿੱਤ ਜਾਣਗੇ, ਇੱਕ ਤੇ ਵਿਰੋਧੀ ਪਾਰਟੀਆਂ ਦੇ ਹੌਸਲੇ ਪਸਤ ਹੋ ਜਾਣਗੇ। ਉਹ ਖੁਦ ਹੀ, ਜਿਸ ਤਰ੍ਹਾਂ ਜਦੋਂ ਸ਼ਿਪ ਡੁੱਬਣ ਲੱਗਦਾ ਤੇ ਚੂਹੇ ਭੱਜਣ ਲੱਗ ਜਾਂਦੇ, ਇੰਜ ਇੱਧਰ ਉੱਧਰ, ਕੁਝ ਤੇ ਬੀਜੇਪੀ 'ਚ ਵੜ ਜਾਣਗੇ, ਕੋਈ ਘਰੀ ਬਹਿ ਜਾਣਗੇ, ਕੋਈ ਵਿਦੇਸ਼ਾਂ ਨੂੰ ਭੱਜ ਜਾਣਗੇ। ਇਸ ਕਿਸਮ ਦਾ ਮਾਹੌਲ ਪੈਦਾ ਹੋ ਸਕਦਾ ਕਿ ਇਹ ਅਨਬੀਟੇਬਲ ਹੈ, ਇਸ ਨੂੰ ਆਪਾਂ ਹਰਾ ਨਹੀਂ ਸਕਦੇ। ਹਾਲਾਂਕਿ ਕਰਨਾਟਕਾ ਨੇ ਉਸ ਗੱਲ ਦੀ ਚੰਗਾ ਮੋੜਾ ਦਿੱਤਾ। ਦੂਸਰੀ ਗੱਲ ਇਹ ਹੈ ਕਿ ਉਹਨਾਂ ਦੀ ਪਕੜ ਹੋਰ ਇੰਨੀ ਮਜ਼ਬੂਤ ਹੋ ਜੂਗੀ ਕਿ ਕੋਈ ਵੀ ਉਹਨਾਂ ਦੀ ਸੱਤਾ ਨੂੰ ਚੁਣੌਤੀ ਨਹੀਂ ਦਊਗਾ। ਇਨ ਦਾ ਮੀਨਵਾਈਲ ਇੱਥੇ ਜਿਸ ਤਰ੍ਹਾਂ ਨਵੀਂ ਪਾਰਲੀਮੈਂਟ ਬਣ ਰਹੀ ਆ, ਇਸੇ ਸਾਲ ਤੁਸੀਂ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਵੀ ਉਦਘਾਟਨ ਹੋਣਾ, ਤੇ ਦੇਸ਼ ਦੇ ਅੰਦਰ ਇਹੋ ਜਿਹਾ ਮਾਹੌਲ ਬਣਾਇਆ ਜਾਊਗਾ ਜਿੱਥੇ ਹੋਣ ਵਾਲੇ ਸੰਵਿਧਾਨ ਦੀ ਜਗ੍ਹਾ ਕੋਈ ਹੋਰ ਨਵਾਂ ਸੰਵਿਧਾਨ ਦਾ ਪ੍ਰਪੋਜ਼ਲ ਆ ਸਕਦਾ। ਜੀ ਮਨਜੀਤ ਜੀ, ਤੁਸੀਂ ਇਹ ਨਵੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ। 28 ਮਈ ਨੂੰ ਉਹਦਾ ਉਦਘਾਟਨ ਹੈ ਤੇ 28 ਮਈ ਨੂੰ ਹੀ ਜਿਹੜੀ ਖਾਪ ਪੰਚਾਇਤ ਮਹਾਪੰਚਾਇਤ ਵਿੱਚ ਇਹ ਜਿਹੜਾ ਫੈਸਲਾ ਹੋਇਆ ਕਿ ਉੱਥੇ ਜੋ ਲੇਡੀਜ਼ ਨੇ, ਔਰਤਾਂ ਦੀਆਂ ਸੰਸਥਾਵਾਂ ਨੇ, NGOs ਨੇ, ਜੋ ਪਹਿਲਵਾਨਾਂ ਦੇ ਹੱਕ ਦੇ ਵਿੱਚ ਜਾ ਰਹੀਆਂ ਨੇ ਔਰ ਪਹਿਲਵਾਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੀਆਂ ਨੇ, ਸਪੋਰਟ ਦੇ ਰਹੀਆਂ ਨੇ, 28 ਮਈ ਨੂੰ ਉਸੇ ਪਾਰਲੀਮੈਂਟ ਦੇ ਬਾਹਰ ਉਹਨਾਂ ਨੇ ਧਰਨਾ ਪ੍ਰਦਰਸ਼ਨ ਕਰਨਾ ਹੈ ਔਰ ਉਸੇ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਸ ਪਾਰਲੀਮੈਂਟ ਦਾ, ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਹੈ ਤੇ ਸੇਮ ਡੇਟ ਉਹਨਾਂ ਨੇ ਚੁਣੀ ਹੈ। ਇਹ ਬੜਾ ਵੈਸੇ ਆਪਣੇ ਆਪ ਦੇ ਵਿੱਚ ਬਹੁਤ ਤਗੜਾ, ਬਹੁਤ ਵੱਡਾ ਫੈਸਲਾ ਹੈ ਕਿਉਂਕਿ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਹੈ ਜੰਤਰ ਮੰਤਰ ਤੇ ਬੈਠੇ ਹੋਏ ਪਹਿਲਵਾਨਾਂ ਨੂੰ, ਔਰ ਫਿਰ ਰਾਮਲੀਲਾ ਗਰਾਊਂਡ ਦਾ ਵੀ ਸਾਰਾ ਜ਼ਿਕਰ ਹੋਇਆ ਤੇ ਨਾਰਕੋ ਟੈਸਟ ਦੀ ਵੀ ਗੱਲ ਹੋ ਰਹੀ ਹੈ। ਬ੍ਰਿਜ ਭੂਸ਼ਣ ਜੀ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਨਾਰਕੋ ਟੈਸਟ ਦਿਓ। ਹਾਲਾਂਕਿ ਕੁਝ ਮੀਡੀਆ ਐਸਾ ਹੈ ਜੋ ਉਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਇਹ ਟੈਸਟ ਦੇਣ ਦੀ ਲੋੜ ਨਹੀਂ, ਪਰ ਫਿਰ ਵੀ ਬ੍ਰਿਜ ਭੂਸ਼ਣ ਆਪ ਕਹਿ ਰਹੇ ਨੇ ਕਿ ਉਹ ਨਾਰਕੋ ਟੈਸਟ ਵਾਸਤੇ ਤਿਆਰ ਨੇ। ਜੇ ਪਹਿਲਵਾਨ ਵੀ ਨਾਰਕੋ ਟੈਸਟ ਵਾਸਤੇ, ਲਾਈ ਡਿਟੈਕਟਰ ਵਾਸਤੇ ਤਿਆਰ ਹੋਣ, ਤੇ ਪਹਿਲਵਾਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਵੀ ਤਿਆਰ ਹਾਂ, ਪਰ ਸ਼ਰਤ ਇਹ ਹੈ ਕਿ ਇਹ ਨਾਰਕੋ ਟੈਸਟ ਦਾ ਲਾਈਵ ਪ੍ਰਸਾਰਣ ਹੋਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਸਾਹਮਣੇ। ਬਿਲਕੁਲ, ਇਹ 28 ਤਰੀਕ ਦਾ ਸੰਜੀਵ ਜੀ ਆ ਰਿਹਾ। ਪੰਜਾਬ ਦੇ ਵਿੱਚ ਜਿਹੜੇ ਓਲਡ ਪੈਨਸ਼ਨ ਸਕੀਮ ਪੈਨਸ਼ਨਰ ਆ, ਉਹਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਜਿਹੜੀ ਪੰਜਾਬ ਦੀ ਹੈ ਭਗਵੰਤ ਮਾਨ ਦੀ,
ਉਹਦੇ ਵਿਰੁੱਧ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ। ਕਿਹਾ ਕਿ ਤੁਸੀਂ ਤੇ ਕਹਿੰਦੇ ਸੀ ਨੋਟੀਫਿਕੇਸ਼ਨ ਵੀ ਜਾਰੀ ਹੋ ਗਈ, ਪਰ ਉਹ ਹੁਣ ਤੁਸੀਂ ਉਹਦੇ ਤੇ ਕੰਨੀ ਕਿਉਂ ਕਤਰਾ ਰਹੇ ਆ? ਇਹਨਾਂ ਲਈ ਤੇ ਉਹ ਜਿਹੜੇ ਪੈਨਸ਼ਨਰਸ ਹੈ ਉਹ ਸੰਕਟ ਖੜਾ ਕਰਨਗੇ 28 ਮਈ ਨੂੰ। ਇਹ 21 ਮਈ ਦੀ ਵਾਰਨਿੰਗ ਜਿਹੜੇ ਬੈਠੇ ਜੰਤਰ ਮੰਤਰ ਤੇ ਸਾਡੇ ਪਹਿਲਵਾਨ ਬੀਬੀਆਂ ਤੇ ਜਿਹੜੇ ਮੁੰਡੇ ਵੀ ਬੈਠੇ ਆ, ਉਹਨਾਂ ਨੇ ਪਹਿਲਾਂ ਹੀ ਦਿੱਤੀ ਸੀ, ਤੇ ਉਹ ਇਸੇ ਕਰਕੇ 23 ਤਰੀਕ ਨੂੰ ਤੇ ਉਹ ਕੈਂਡਲ ਮਾਰਚ ਕਰਨਗੇ ਉੱਥੇ, ਉਥੋਂ ਜੰਤਰ ਮੰਤਰ ਤੋਂ ਮੇਰਾ ਖਿਆਲ ਹੈ ਕਿ ਇਹ ਜਿਹੜਾ ਕਨੌਟ ਪਲੇਸ ਵੱਲ ਜਾਣਗੇ। ਦੂਸਰਾ 28 ਵਾਲਾ ਜਿਹੜਾ ਇਕੱਠ ਆ ਉਹ ਵੱਡਾ ਇਕੱਠ ਹੋਇਆ ਸੀਗਾ ਖਾਪ ਪੰਚਾਇਤਾਂ ਦਾ। ਉੱਥੇ ਲੰਬੀ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਕਿਉਂਕਿ ਬੀਬੀਆਂ ਦੇ ਨਾਲ ਧੱਕਾ ਤੇ ਇਹ ਜੈਂਡਰ ਦਾ ਮਾਮਲਾ ਹੈਗਾ, ਸੈਕਸ਼ੂਅਲ ਹਰਾਸਮੈਂਟ ਦਾ ਮਾਮਲਾ ਹੈਗਾ, ਇਸ ਲਈ ਸਾਡੀਆਂ ਬੀਬੀਆਂ ਉੱਥੇ ਵੱਡੇ ਪੱਧਰ ਤੇ ਉਹਨਾਂ ਨਾਲ ਸ਼ਾਮਲ ਹੋ ਕੇ ਰੋਸ ਪ੍ਰਗਟ ਕਰਨਗੀਆਂ। ਜਦ ਕਿ ਜਦੋਂ ਨਵੀਂ ਪਾਰਲੀਮੈਂਟ ਦਾ ਉਦਘਾਟਨ ਉਸ ਰੋਜ਼ ਜੋਸ਼ੋ ਖਰੋਸ਼ ਦੇ ਨਾਲ ਪ੍ਰਧਾਨ ਮੰਤਰੀ ਜੀ ਕਰ ਰਹੇ ਹੋਣਗੇ। ਹਾਲਾਂਕਿ ਉਹਦੇ ਤੇ ਵੀ ਆਪਣੀ ਚਰਚਾ ਆ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਉਂ, ਪ੍ਰਧਾਨ ਮੰਤਰੀ ਦੀ ਜਗ੍ਹਾ ਰਾਸ਼ਟਰਪਤੀ ਕੋਲੋਂ ਇਹ ਕਰਾਉਣਾ ਚਾਹੀਦਾ, ਜਿਹੜਾ ਸਰਬ ਸਾਂਝਾ ਤੇ ਸਰਵ ਉੱਚਤਮ ਸਾਡਾ ਇੱਕ ਸੰਵਿਧਾਨਕ ਅਹੁਦਾ ਹੈ। ਪਰ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਨਹੀਂ ਸਰਕ ਸਕਦੀ। ਉਹਨਾਂ ਨਾਲ ਤੇ ਦੇਖੋ ਹਰ ਪ੍ਰਧਾਨ ਮੰਤਰੀ, ਸਾਨੂੰ ਪਤਾ ਉਹ ਜ਼ਿਆਦਾ ਪੋਲਿਟਿਕਸ ਵਿੱਚ ਧਿਆਨ ਰੱਖਦੇ ਆ, ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤੇ ਉਹ ਬਾਈ ਚਾਂਸ ਜਿਸ ਤਰ੍ਹਾਂ ਇੱਕ ਲਾਹੇ ਵਾਲੀ ਗੱਲ ਹੈ। ਇਸੇ ਕਰਕੇ ਕਿਉਂਕਿ ਉਹ ਜਨਮ ਦਿਹਾੜਾ ਜਿਹੜਾ ਵੀਰ ਸਵਾਰਕਰ ਦਾ ਵੀ ਉਸ ਦਿਨ ਕਰ ਰਹੇ ਆ। ਮੈਂ ਕਿਉਂ ਇਸ ਗੱਲ ਦੀ ਇੰਡੀਕੇਸ਼ਨ ਕੀਤੀ ਹੈ, ਕਿਉਂ ਦਿਨ ਚੁਣਿਆ ਗਿਆ 28 ਮਈ ਵੀਰ ਸਵਾਰਕਰ ਵਾਲਾ ਦਿਨ ਹੀ? ਕਿਉਂਕਿ ਉਹ ਫਾਊਂਡਰ ਆ ਇੱਥੇ ਇਨੇਵੇ ਆਰਐਸਐਸ ਦੀ ਲੈਗੇਸੀ ਦਾ, ਜਿੱਥੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦਾ, ਕਿਉਂਕਿ ਉਹ ਖੁਦ ਜਰਮਨੀ ਤੋਂ ਇਹ ਵਿਚਾਰ ਉਹਨਾਂ ਦਿਨਾਂ 'ਚ ਲੈ ਕੇ ਆਇਆ ਸੀਗਾ, ਜਦੋਂ ਜਰਮਨੀ ਦੇ ਵਿੱਚ ਫਾਸ਼ਿਸਟ ਆਈਡੀਆਜ਼ ਤੇਜ਼ੀ ਨਾਲ ਜ਼ੋਰ ਫੜ ਰਹੇ ਸੀ। ਤੇ ਉਹ ਇਸ ਕਰਕੇ ਜਿਹੜਾ ਨਵੀਂ ਪਾਰਲੀਮੈਂਟ ਦੇ ਵਿੱਚ ਨਵੇਂ ਕਿਸਮ ਦੇ ਸੰਵਿਧਾਨ ਜਾਂ ਨਵੀਂ ਕਿਸਮ ਦੀ ਰਾਜਨੀਤੀ ਦਾ ਆਗਮਨ ਵੀ ਤੁਸੀਂ ਸਮਝੋ, ਕਿਉਂਕਿ ਇਸੇ ਕਰਕੇ ਉਹ ਵੀਰ ਸਵਾਰਕਰ ਦੇ ਜਨਮ ਦਿਹਾੜੇ ਦੇ ਨਾਲ ਉਸ ਨੂੰ ਜੋੜ ਕੇ ਦੇਖਿਆ ਜਾ ਰਿਹਾ। ਤੇ ਇਹਦਾ ਮਤਲਬ ਕਿ ਜਿਹੜੀ ਨਵੀਂ ਟਰਨ ਹੈ ਸਾਡੇ ਦੇਸ਼ ਦੀ ਰਾਜਨੀਤਿਕ ਧਾਰਾ ਦੀ, ਉਹ ਹੁਣ ਹਿੰਦੂ ਰਾਸ਼ਟਰ ਵੱਲ ਸ਼ਾਇਦ ਉਹਦੀ ਬੁਨਿਆਦ ਵੀ ਨਵੀਂ ਪਾਰਲੀਮੈਂਟ ਤੋਂ ਸ਼ੁਰੂ ਹੋਏਗੀ। ਤੇ ਇਸੇ ਕਰਕੇ ਇਹ ਸੰਜੀਵ ਜੀ ਜ਼ਰੂਰੀ ਹੈ ਇਹਨਾਂ ਸਾਰੀਆਂ ਤੰਦਾਂ ਨੂੰ ਜੋੜ ਕੇ ਦੇਖਣ ਦਾ ਕਿ ਆਉਣ ਵਾਲੀ ਰਾਜਨੀਤੀ ਜਿਹੜੇ ਮਲਿਕ ਹੁਣੀ, ਸਤਿਆਪਾਲ ਮਲਿਕ ਬਾਰ-ਬਾਰ ਵਾਰਨ ਕਰ ਰਿਹਾ, ਉਹ ਕਿੱਧਰ ਨੂੰ ਜਾਣ ਵਾਲੀ ਦਿਸ ਰਹੀ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਰਾਜਨੀਤੀ ਦੇ ਵਿੱਚੋਂ ਕਈ ਕੁਐਸਚਨਸ ਇਦਾਂ ਦੇ ਪੈਦਾ ਹੁੰਦੇ ਨੇ ਜਿਹਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੈ, ਬਲਕਿ ਸੋਚ ਚੱਕਰ ਖਾ ਜਾਂਦੀ ਕਿ ਇਹਦਾ ਜਵਾਬ ਕੀ ਹੋ ਸਕਦਾ। ਜਿੱਦਾਂ ਅਸੀਂ ਦੇਖਦੇ ਹਾਂ ਕਿ ਕਈ ਤਾਕਤਾਂ ਭਾਰਤ ਨੂੰ ਤੋੜਨਾ ਚਾਹੁੰਦੀਆਂ ਨੇ, ਵੱਖ-ਵੱਖ ਹਿੱਸਿਆਂ 'ਚ ਵੰਡਣਾ ਚਾਹੁੰਦੀਆਂ ਨੇ। ਹਰ ਪਾਸੇ ਕੋਈ ਇਦਾਂ ਦੀ ਗੱਲਬਾਤ ਅਸੀਂ ਸੁਣਨ ਨੂੰ, ਦੇਖਣ ਨੂੰ ਅਸੀਂ ਬਿਲਕੁਲ ਦੁਖੀ ਹੋ ਜਾਂਦੇ ਹਾਂ ਦੇਖ ਕੇ, ਸੁਣ ਕੇ। ਹੁਣ ਮਨੀਪੁਰ ਦੀ ਗੱਲ ਲੈ ਲਓ, ਉੱਥੇ ਵੀ ਇੰਫਾਲ ਦੇ ਵਿੱਚ ਮੁੜ ਤੋਂ ਹਿੰਸਾ ਹੋਈ ਹੈ ਤੇ ਸੁਰੱਖਿਆ ਪ੍ਰਬੰਧ ਹੋਰ ਸਖਤ ਕੀਤੇ ਜਾ ਰਹੇ ਨੇ। ਉੱਥੇ ਵੀ ਸੈਪਰੇਟ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਵੱਖ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਹੋਰ ਨਹੀਂ ਬਰਦਾਸ਼ਤ ਕਰ ਸਕਦੇ, ਹੋਰ ਨਹੀਂ ਸਹਿ ਸਕਦੇ, ਸਾਡੇ ਹੱਕਾਂ ਦੇ ਉੱਤੇ ਡਾਕਾ ਪੈਂਦਾ ਪਿਆ, ਸਾਨੂੰ ਬਰਾਬਰ ਦੇ ਸਿਟੀਜ਼ਨ ਨਹੀਂ ਸਮਝਿਆ ਜਾਂਦਾ, ਦੂਜੇ ਦਰਜੇ ਦੇ ਸਿਟੀਜ਼ਨ ਸਮਝਿਆ ਜਾਂਦਾ। ਇਹ ਤਕਰੀਬਨ ਇਹ ਸਾਰੀਆਂ ਗੱਲਾਂ ਸਭ ਦੇ ਮਨਾਂ ਦੇ ਉੱਤੇ ਚੋਟ ਪਈ ਹੈ। ਇਹ ਮਨੀਪੁਰ ਬਾਰੇ ਜ਼ਰਾ ਸਾਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ, ਇਹ ਕੀ ਮਸਲਾ ਕੀ ਬਣ ਗਿਆ? ਇਹ ਬਿਲਕੁਲ ਠੀਕ ਹੈਗੀ ਤੁਹਾਡੀ ਗੱਲ ਕਿ ਉੱਥੇ 2 ਮਕਾਨ ਦੁਬਾਰਾ ਉਹਨਾਂ ਨੂੰ ਅੱਗ ਲਾਈ ਗਈ ਹੈ। ਉਹ ਵੈਸੇ ਉਹ ਹਥਿਆਰਬੰਦ ਸੀਗੇ ਦੋਨੋਂ ਨੌਜਵਾਨ ਜਿਨ੍ਹਾਂ ਨੇ ਇਹ ਕੀਤਾ। ਉਹਨਾਂ ਨੇ ਕੁਝ ਬਾਜ਼ਾਰ ਨੂੰ ਵੀ ਬੰਦ, ਇੰਫਾਲ ਦੇ ਵਿੱਚ ਇੱਧਰ ਉੱਧਰ ਕੋਸ਼ਿਸ਼ ਕੀਤੀ। ਉਹ ਘਰ ਵੀ ਮਕਾਨ ਵੀ ਛੱਡ ਕੇ ਕੋਈ ਬੰਦੇ ਭੱਜੇ ਹੋਏ ਸੀ ਜਾਂ ਖਾਲੀ ਸੀ ਜਿਨ੍ਹਾਂ ਨੂੰ ਅੱਗ ਲਾਈ ਹੈ। ਪਰ ਅਗਜ਼ਨੀ ਤੇ ਅਗਜ਼ਨੀ ਹੈ, ਇੱਕ ਵਾਰੀ ਅੱਗ ਲੱਗਦੀ ਆ ਉਹਦੀ ਦਹਿਸ਼ਤ ਪਹਿਲਾਂ ਹੀ ਲੋਕਾਂ ਦੇ ਵਿੱਚ ਇੰਨੀ ਆ, ਜਿੱਥੇ ਇੰਨੇ 100 ਤੋਂ ਉੱਪਰ ਲੋਕ ਉੱਥੇ ਮਾਰੇ ਗਏ ਆ, 1700 ਘਰ ਪਹਿਲਾਂ ਹੀ ਸਾੜੇ ਜਾ ਚੁੱਕੇ ਆ। ਬਹੁਤ ਜ਼ਿਆਦਾ ਦਹਿਸ਼ਤ ਫੈਲੀ ਹੋਈ ਆ, ਬੱਚੇ ਬਜ਼ੁਰਗ ਸੌਂਦੇ ਨਹੀਂ ਰਾਤ ਨੂੰ। ਇਹ ਹਾਲਤ ਹੈ ਜੋ ਸਾਡੀ ਪਾਕਿਸਤਾਨ ਵੇਲੇ ਸੀ, ਉਹਦਾ ਮਿੰਨੀ ਰੂਪ ਤੁਸੀਂ ਉੱਥੇ ਇਹ ਸਮਝ ਲਓ ਉੱਥੇ ਹੋਇਆ ਹੈ। ਹੋਏ ਇਸ ਕਰਕੇ ਜਦੋਂ ਇਹ ਗੱਲ ਹੋ ਗਈ ਹੈ, ਜਿਹੜੇ ਕੁੱਕੀਜ਼ ਹੈਗੇ ਆ ਉਹ ਇਹ ਕਹਿੰਦੇ ਆ ਕਿ ਦੇਖੋ ਸਾਡੀ ਇਹਨਾਂ ਨਾਲ ਬਾਰ-ਬਾਰ 10 ਸਾਲ ਤੋਂ ਇਹ ਗੱਲ ਧੋਖ ਰਹੀ ਸੀਗੀ, ਤੇ ਜਿਹਦੀ ਅਚਾਨਕ ਜਦੋਂ ਮਾੜੀ ਜੀ ਗੱਲ, ਬਹਾਨਾ ਹੀ ਪੈਣਾ ਸੀਗਾ। ਹਾਈ ਕੋਰਟ ਨੇ ਕਿਹਾ ਕਿ ਤੁਸੀਂ ਮੈਤੇ ਜਿਹੜੀ ਬਰਾਦਰੀ ਹੈਗੀ, ਜਿਹੜੇ ਵੈਲੀ 'ਚ ਰਹਿੰਦੇ ਆ, ਜਿਨ੍ਹਾਂ 'ਚ ਜ਼ਿਆਦਾਤਰ ਹਿੰਦੂ ਓਰੀਐਂਟੇਸ਼ਨ ਦੇ ਲੋਕ ਆ, ਉਹਨਾਂ ਨੇ ਹਿੰਦੂ ਧਰਮ ਨੂੰ ਮੰਨ ਕੇ ਚੱਲਦੇ ਆ, ਤੇ ਇਹ ਜ਼ਿਆਦਾ ਕ੍ਰਿਸਚੀਅਨ ਆ। ਜਿਹੜੇ ਕੁੱਕੀ ਆ ਉਹ ਹਿੱਲ ਏਰੀਏ ਤੇ ਰਹਿੰਦੇ ਆ, ਉਹ ਜ਼ਿਆਦਾ ਕ੍ਰਿਸਚੀਅਨ ਹੈਗੇ ਆ।
ਉਹਨਾਂ ਦੀ ਆਪਸ ਵਿੱਚ ਦੇਖੋ ਸਾਰੀ ਜਗ੍ਹਾ ਟਕਰਾਓ ਆ ਗਿਆ ਨਾ। ਇੱਕ ਤੇ ਟਰਾਈਬਲ ਆ, ਦੂਜੇ ਹਿੰਦੂ ਮੇਨ ਸਟ੍ਰੀਮ ਆ, ਇੱਕ ਵੈਲੀ 'ਚ ਰਹਿੰਦੇ, ਦੂਜੇ ਪਹਾੜਾਂ ਤੇ ਰਹਿੰਦੇ, ਇੱਕ ਮੈਤੇਈ ਜਿਹੜੀ ਕਮਿਊਨਿਟੀ ਵੈਲੀ 'ਚ ਰਹਿੰਦੀ ਆ ਉਹ ਹਿੰਦੂਆਂ ਨਾਲ ਅਟੈਚਡ ਅਫੀਲੀਏਟਡ ਮਹਿਸੂਸ ਕਰਦੇ ਆ ਜ਼ਿਆਦਾਤਰ ਉਹਨਾਂ 'ਚੋਂ, ਤੇ ਜਿਹੜੇ ਇਹ ਆ ਇਹ ਕ੍ਰਿਸਚੀਅਨ ਆ ਜ਼ਿਆਦਾਤਰ ਉਹਨਾਂ 'ਚੋਂ ਜਿਹੜੇ ਹਿੱਲ ਏਰੀਏ ਤੇ ਰਹਿੰਦੇ, ਤੇ ਆਪਸ ਵਿੱਚ ਵਿਰੋਧਤਾ ਤੇ ਹੋ ਗਈ। ਹੁਣ ਜੇ ਅਸੀਂ ਇਹਨਾਂ ਗੱਲਾਂ ਨੂੰ ਜੋੜਨ ਦੀ ਸਾਡੀ ਰਾਜਨੀਤੀ ਗੱਲ ਕਰੇ, ਸੂਬੇ ਦੀਆਂ ਸਰਕਾਰਾਂ ਕਰਨ, ਤੇ ਉਹ ਜੋੜ ਕੇ ਰੱਖ ਸਕਦੇ ਆ। ਪਹਿਲਾਂ 70 ਸਾਲ 75 ਸਾਲ ਨਿਕਲੇ ਹੀ ਆ। ਜੇ ਬਿਲਕੁਲ ਤੁਸੀਂ ਇਹਨਾਂ ਨੂੰ ਪਾੜ ਕੇ ਨਫ਼ਰਤ ਫੈਲਾ ਕੇ ਉਸ ਕਿਸਮ ਦੀ ਰਾਜਨੀਤੀ ਕਰਨੀ ਆ ਤਾਂ ਤੁਸੀਂ ਇੱਕ ਤਰੀਕੇ ਨਾਲ ਇੰਜ ਸਮਝ ਲਓ ਕਿ ਇਹ ਛੋਟੀ ਰਿਆਸਤ ਆ ਜਿਹੜੀ ਕਿਸੇ ਵੇਲੇ ਵੀ ਆਲ ਇੰਡੀਆ ਦਾ ਨਮੂਨਾ ਬਣ ਸਕਦੀ ਜੇ ਨਫ਼ਰਤ ਦੀ ਰਾਜਨੀਤੀ ਨੂੰ ਲਗਾਮ ਨਾ ਲਾਈ। ਹੁਣ ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਜਿਹੜੇ ਕੁੱਕੀਜ਼ ਆ ਕਿ ਅਸੀਂ ਤੇ ਇਹਨਾਂ ਦੇ ਵਸਣਾ ਹੀ ਨਹੀਂ। ਜਿਵੇਂ ਘਰ ਟੁੱਟ ਜਾਂਦਾ, ਹਸਬੈਂਡ ਵਾਈਫ ਦੀ ਲੜਾਈ ਹੋ ਜਾਂਦੀ ਵੀ ਹੁਣ ਨਹੀਂ, ਹੁਣ ਤੇ ਅਸੀਂ ਡਿਵੋਰਸ ਹੀ ਲੈਣਾ। ਬਿਲਕੁਲ ਉਹ ਸਹੀ। ਕਹਿੰਦੇ ਇਹਨਾਂ ਨੂੰ ਕਰੋ ਅਲੱਗ ਤੇ ਸਾਡੀ ਸਟੇਟ ਬਣਾਓ ਅਲੱਗ, ਜਿਵੇਂ ਗੋਰਖਾਲੈਂਡ ਦੀ ਹੈ, ਜਿਵੇਂ ਹੋਰ ਵੀ ਅਸਾਮ ਦੇ ਵਿੱਚ ਵੀ ਕਈਆਂ ਦਾ ਉੱਥੇ ਚੱਲਦਾ, ਬੋਦੋਲੈਂਡ ਦਾ ਚੱਲਦਾ। ਉਹ ਉਹਨਾਂ ਦੀ ਹੁਣ ਸ਼ੁਰੂ ਹੋ ਗਈ ਇਹ ਨਵੀਂ ਲੜਾਈ, ਜਿਹੜੀ ਕੁੱਕੀਲੈਂਡ ਦੀ ਲੜਾਈ ਸ਼ੁਰੂ ਹੋ ਜਾਊਗੀ, ਤੇ ਉਹ ਉਹਨਾਂ ਨੂੰ ਧਰਮ ਵੱਲੋਂ ਵੀ ਸਪੋਰਟ ਹੋਊਗੀ। ਉਹਨਾਂ ਦੇ ਕੋਲ ਏਰੀਆ ਵੀ ਜ਼ਿਆਦਾ ਵੱਡਾ ਆ, ਜਿਹੜਾ ਹਿੱਲ ਏਰੀਆ 90% ਆ, ਇਹ ਥੱਲੇ ਵੈਲੀ ਵਾਲਾ ਏਰੀਆ ਤੇ ਸਿਰਫ 10% ਹੀ ਹੈ। ਇਸ ਲਈ ਉਹ ਕਹਿੰਦੇ ਆ ਕਿ ਅਸੀਂ ਤੇ ਇੱਥੇ ਸਾਨੂੰ ਜਿਹੋ ਜਿਹੇ ਵੀ ਅਸੀਂ ਹੈਗੇ ਆ, ਗਰੀਬ ਆ, ਚੰਗੇ ਆ, ਮਾੜੇ ਆ, ਸਾਡਾ ਨਾਤਾ ਇਹਨਾਂ ਨਾਲ, ਸਾਡਾ ਨਾਤਾ ਤੇ ਖਾਤਾ ਅਲੱਗ ਕਰ ਦਿਓ। ਹੈਰਾਨੀ ਦੀ ਗੱਲ ਇਹ ਹੈ, ਜਿਹੜਾ ਸਵਾਲ ਇੱਥੇ ਸਭ ਤੋਂ ਸਮਝਣ ਵਾਲਾ ਉਹ ਇਹ ਹੈ ਕਿ ਜਿਹੜੇ 10 MLA ਕੁੱਕੀ ਏਰੀਆ ਦੇ ਵਿੱਚ ਹੈਗੇ ਆ, ਜਿਹੜੇ ਕਿ ਟਰਾਈਬਲ ਜਿਹੜੇ ਕਹਿ ਰਹੇ ਸਾਨੂੰ ਅਲੱਗ ਕਰ ਦਿਓ, ਉਹਨਾਂ ਚੋਂ 7 BJP ਦੇ ਆ, ਔਰ ਉਹ ਸਾਰੇ ਸਹਿਮਤ ਆ ਇਸ ਗੱਲ ਤੇ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਰਹਿਣਾ। ਦੇਖੋ ਇਸ ਲਈ ਇਹ ਗੱਲ ਕਿੱਧਰ ਨੂੰ ਜਾਊਗੀ, ਕਿੱਥੇ ਰੁਕੂਗੀ? ਇਹੀ ਹਾਲਾਤ ਪੂਰੇ ਦੇਸ਼ 'ਚ ਬਣਨਗੇ ਜੇ ਅਸੀਂ ਨਫ਼ਰਤ ਦੀ, ਧਰਮ ਦੇ ਨਾਂ ਦੇ ਉੱਤੇ ਇੱਕ ਦੂਜੇ ਨੂੰ ਜ਼ਿਆਦਾ ਕੁੱਟਣ ਮਾਰਨ ਦੀ, ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਨੂੰ ਲਗਾਮ ਨਾ ਲਾਈ। ਦੇਖੋ, ਅਖੰਡ ਭਾਰਤ ਦੀ ਗੱਲ ਅਸੀਂ ਕਰਦੇ ਹਾਂ ਤਾਂ ਫਿਰ ਬੀਜੇਪੀ ਦੇ ਨੇਤਾ ਵਿਧਾਇਕ ਟੁੱਟਣ ਦੀ ਗੱਲ ਕਿਉਂ ਕਰਦੇ ਪਏ ਨੇ? ਉਹ ਕਿਉਂ ਨਹੀਂ ਅਖੰਡ ਭਾਰਤ ਦੀ ਗੱਲ ਕਰਦੇ? ਜਦੋਂ ਕਿ ਸੈਂਟਰ ਦੇ ਵਿੱਚ ਬੈਠੀ ਹੋਈ ਬੀਜੇਪੀ ਅਖੰਡ ਭਾਰਤ ਦੀ ਗੱਲ ਕਰਦੀ ਹੈ ਤਾਂ ਸੇਮ ਬੀਜੇਪੀ ਦੇ ਸੇਮ ਨੁਮਾਇੰਦੇ ਕਿਉਂ ਨਹੀਂ ਅਖੰਡ ਭਾਰਤ ਦੀ ਗੱਲ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਕਿ ਨਹੀਂ ਬਈ ਮਿਲ ਜੁਲ ਕੇ ਰਹਿਣਾ? ਇੱਕ ਪਾਸੇ ਅਸੀਂ G7 G20 ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ, ਇਹ ਅਸੀਂ ਲੋਗੋ ਲੈ ਕੇ ਚੱਲਦੇ ਹਾਂ, ਤਾਂ ਫਿਰ ਬੀਜੇਪੀ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਦੋਂ ਅਖੰਡ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਭਾਰਤ ਦੇ ਵਿੱਚ ਅਖੰਡ ਭਾਰਤ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਹ ਟੁੱਟਣ ਵਾਲੀਆਂ ਤਾਕਤਾਂ ਜਾਂ ਤੋੜਨ ਵਾਲੀਆਂ ਤਾਕਤਾਂ ਨੂੰ ਸਮਝਾਉਣਾ ਚਾਹੀਦਾ ਕਿ ਇਹ ਸਹੀ ਕਦਮ ਨਹੀਂ ਹੈ। ਅੱਗੇ ਅਸੀਂ ਪਹੁੰਚਦੇ ਹਾਂ ਇਸ ਪ੍ਰੋਗਰਾਮ ਦੇ ਅੰਤਿਮ ਮੁੱਦੇ ਦੇ ਉੱਤੇ। ਚੰਨੀ ਸਾਹਿਬ ਸਾਬਕਾ CM ਪੰਜਾਬ, ਹੁਣ ਤਾਂ ਡਾਕਟਰੇਟ ਵੀ ਉਹਨਾਂ ਨੂੰ ਮਿਲ ਗਈ ਹੈ, ਡਾਕਟਰ ਚੰਨੀ ਬਣ ਗਏ ਨੇ। ਉਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਜਾ ਕੇ ਅਰਦਾਸ ਕੀਤੀ ਹੈ। ਕਹਿੰਦੇ ਨੇ ਕਿ ਜੇ ਦਿਲੋਂ ਅਰਦਾਸ ਕੀਤੀ ਜਾਵੇ ਤੇ ਰੱਬ ਜ਼ਰੂਰ ਸੁਣਦਾ ਹੈ। ਇਹਨਾਂ ਨੇ ਅਰਦਾਸ ਕੀ ਕੀਤੀ ਹੈ ਮਨਜੀਤ ਜੀ? ਦੇਖੋ ਸੰਜੀਵ ਜੀ, ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਸਾਡੇ ਚੀਫ ਮਿਨਿਸਟਰ ਹੈ ਉਹ ਅਜੇ ਵੀ ਉਹ ਪੁਰਾਣੇ ਮੋੜ 'ਚ ਰਹਿੰਦੇ ਆ। ਜਦੋਂ ਉਹ ਵਿਰੋਧੀ ਪਾਰਟੀ ਦੇ ਨੇਤਾ ਹੁੰਦੇ ਸੀ ਜਾਂ ਜਿਵੇਂ ਪਾਰਲੀਮੈਂਟ 'ਚ ਵਿਚਰਦੇ ਸੀ, ਉਹ ਉੱਥੇ ਵੀ ਵਿਰੋਧੀਆਂ 'ਚ ਹੀ ਸੀਗੇ। ਜਦੋਂ ਤੁਸੀਂ ਰਾਜ ਕਰਨ ਲੱਗ ਜਾਂਦੇ ਆ ਤੇ ਤੁਹਾਡੀਆਂ ਜ਼ਿੰਮੇਵਾਰੀਆਂ, ਤੁਹਾਡਾ ਬੋਲ ਬਾਣੀ, ਤੁਹਾਡਾ ਸਾਰਾ ਵਿਚਰਨ ਦਾ ਤਰੀਕਾ ਅਲੱਗ ਹੁੰਦਾ ਹੈ। ਬਿਲਕੁਲ। ਉਹਨਾਂ ਨੇ ਉਹ ਤੌਰ ਤਰੀਕੇ ਬਦਲੇ ਨਹੀਂ। ਉਹ ਅਜੇ ਵੀ ਵਿਰੋਧੀਆਂ ਨੂੰ ਝੇਡਾਂ ਕਰਨੀਆਂ, ਆਹ ਕਰ ਦਿਆਂਗੇ, ਚੋਰੀ ਦੇ ਪੈਸੇ ਆ ਮੈਂ ਕਢਾ ਕੇ ਦੱਸੂਗਾ। ਫਿਰ ਕਢਾਈ ਗੱਲ ਤੈਨੂੰ ਕੋਈ ਰੋਕਦਾ? ਤੂੰ ਕਢਾ ਕੇ ਕਹਿ ਨਾ ਇੰਨਾ ਕਢਾਏ ਆ, ਰੌਲਾ ਕਾਹਦੇ ਲਈ ਪਾਉਣਾ? ਇਹਦਾ ਮਤਲਬ ਹੈ ਕਿ ਤੁਸੀਂ ਪ੍ਰੋਪੇਗੰਡਾ ਕਰਨਾ, ਅਸਲ 'ਚ ਧਰਾਤਲ ਤੇ ਕੁਝ ਨਹੀਂ ਕਰਨਾ। ਸਾਰੇ ਬੰਦਿਆਂ ਦੀਆਂ ਤਕਰੀਬਨ ਜ਼ਮਾਨਤਾਂ ਹੋ ਗਈਆਂ ਜਿੰਨੇ ਫੜੇ ਸੀ। ਹੁਣ ਕੀ ਕਰ ਲੋਗੇ? ਬੈਠੇ ਰਹੋ ਇੱਥੇ। ਤੁਸੀਂ ਕੀ ਕਰ ਲਿਆ? ਤੁਸੀਂ ਪੰਜਾਬ ਨੂੰ ਕੀ ਲੈ ਕੇ ਦਿੱਤਾ? ਸਵਾਏ ਪ੍ਰੋਪੇਗੰਡੇ ਤੋਂ, ਸਵਾਏ ਆਪਣੀ ਆਪ ਹੀ ਪਿੱਠ ਥਾਪਣ ਤੋਂ 24 ਘੰਟੇ ਤੁਸੀਂ ਕੰਮ ਕੀ ਕਰਦੇ ਆ? ਇਹ ਜਿਹੜਾ ਨਾ ਬਚਪਨਾ ਆ, ਉਹਨਾਂ ਨੂੰ ਇਹ ਬਚਪਨਾ ਭਗਵੰਤ ਮਾਨ ਹੋਣਾ ਨੂੰ ਛੱਡਣਾ ਚਾਹੀਦਾ। ਪਹਿਲੀ ਤੇ ਮੇਰੀ ਇਸ ਗੱਲ ਦੀ ਉਹਨਾਂ ਪ੍ਰਤੀ ਮੈਂ ਇਹ ਨਹੀਂ ਹੈ ਕਿ ਉਹ ਬੰਦੇ ਮਾੜੇ, ਬੰਦੇ ਚੰਗੇ ਆ, ਇੰਟੈਂਸ਼ਨ ਚੰਗੀਆਂ ਆ, ਕੋਈ ਹੇਰਾ ਫੇਰੀ ਦਾ ਉਹਨਾਂ ਤੇ ਉਸ ਕਿਸਮ ਦਾ ਦੋਸ਼ ਨਹੀਂ ਹੈ। ਬਾਕੀ ਪਾਰਟੀਆਂ ਲਈ ਫੰਡ ਤੇ ਸਾਰਿਆਂ ਨੇ ਇਕੱਠੇ ਕਰਨੇ ਹੀ ਹੁੰਦੇ। ਉਹ ਕਿਵੇਂ ਕਰ ਰਿਹਾ ਇਹ ਉਹ ਜਾਣਨ, ਇਹ ਉਹਨਾਂ ਦੀਆਂ ਤਰਕੀਬਾਂ ਜਾਣਨ। ਕਿਸੇ ਨੂੰ ਟਿਕਟਾਂ ਦੇ ਕੇ, ਕਿਸੇ ਨੂੰ ਕੁਛ ਕਰਕੇ, ਜਿਸ ਤਰ੍ਹਾਂ MP ਦੀਆਂ ਟਿਕਟਾਂ ਬਾਰੇ ਵੀ ਸੀਗਾ ਕਿ ਗੁਪਤਾ ਜੀ ਤੋਂ ਪੈਸੇ ਲੈ ਕੇ ਜਦੋਂ MP ਦੀਆਂ ਸੀਟਾਂ ਕਈਆਂ ਦੀਆਂ, ਉਹ ਗੱਲਾਂ ਸਾਡਾ ਉਹਦੇ 'ਚ ਲੈਣਾ ਦੇਣਾ ਨਹੀਂ, ਉਹਨਾਂ ਦੀ ਆਪਸੀ ਗੱਲ ਹੈਗੀ ਹੈ। ਉਹ ਪਾਰਟੀਆਂ ਕਿਵੇਂ ਕੰਡਕਟ ਕਰਦੀਆਂ ਉਹਨਾਂ ਨੇ ਫੈਸਲੇ। ਜਿਹੜਾ ਸਾਨੂੰ ਦੁਖੀ ਕਰਦੀ ਗੱਲ ਕਿ ਤੁਸੀਂ ਸਮੁੱਚੇ
ਪੰਜਾਬ ਦੇ ਹਰ ਪੰਜਾਬੀ ਦੇ ਜਿਹਦੇ ਵਿੱਚ ਵਿਰੋਧੀ ਪਾਰਟੀਆਂ ਵੀ ਆਉਂਦੀਆਂ ਉਹਦੇ ਚੀਫ ਮਿਨਿਸਟਰ ਆ, ਤੁਸੀਂ ਪੰਜਾਬ ਦੇ ਚਿਹਰੇ ਆ। ਤੇ ਜੇ ਤੁਸੀਂ ਉਂਝ ਹੀ ਕੀ ਕਵਾਂ ਜਿਹੜੇ ਲੂਜ਼ ਸ਼ਬਦ ਹੁੰਦੇ ਆ ਜੱਲੀ ਪਾਉਣੀ ਵੀ ਐਵੇਂ ਕਦੀ ਕੁਛ ਬੋਲਤਾ ਕਦੀ ਕੁਛ ਬੋਲਤਾ ਤੇ ਕੋਈ ਸੀਰੀਅਸਨੈਸ ਜਾਨੀ ਥੋੜਾ ਬੋਲੋ ਹੁਣ ਮਨਮੋਹਨ ਸਿੰਘ ਹੁਣੀ ਕਿੰਨਾ ਕੁ ਬੋਲਦੇ ਸੀਗੇ ਪਰ ਇਹਦਾ ਮਤਲਬ ਕੋਈ ਕੰਮ ਨਹੀਂ ਕੀਤੇ ਉਹਨਾਂ ਨੇ ਕਿਹੜੇ ਕਿਹੜੇ ਕਾਨੂੰਨ ਮਨਰੇਗਾ ਵਾਲਾ ਰਾਈਟ ਟੂ ਵਰਕ ਦਾ ਲੈ ਕੇ ਆਏ ਰਾਈਟ ਟੂ ਫੂਡ ਦਾ ਜਿਹੜਾ ਕਿ ਹੁਣ 80 ਕਰੋੜ ਨੂੰ ਜਿਹੜਾ ਅਨਾਜ ਦੇ ਰਹੇ ਆ 81 ਕਰੋੜ ਨੂੰ ਪ੍ਰਧਾਨ ਮੰਤਰੀ ਹੈ ਉਹੋ ਹੀ ਲੈ ਕੇ ਆਏ 2013 ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਉਹ ਲੈ ਕੇ ਆਏ ਕਿੰਨੇ ਵੱਡੇ ਵੱਡੇ ਐਕਟ ਜਿਹੜੇ ਜਿਨ੍ਹਾਂ ਦਾ ਸਾਰੀ ਹੁਣ ਚਰਚਾ ਜਿਹੜਾ ਕਿ ਆਧਾਰ ਬਣੇ ਹੋਏ ਆ ਅੱਜ ਸੋਸ਼ਲ ਵੈਲਫੇਅਰ ਸਕੀਮਾਂ ਦਾ ਉਹ ਮਨਮੋਹਨ ਸਿੰਘ ਲੈ ਕੇ ਉਹਨਾਂ ਨੇ ਕਿੰਨੀ ਕੁ ਰੌਲਾ ਪਾਇਆ ਸੀ ਚੱਕ ਕੇ ਪਈ ਉਹਨੂੰ ਤਾਂ ਕਹਿੰਦੇ ਹੀ ਮੋਨੀ ਬਾਬਾ ਸੀ ਮੈਂ ਨਹੀਂ ਕਹਿੰਦੇ ਤੁਸੀਂ ਮੋਨੀ ਬਾਬਾ ਬਣੋ ਪਰ ਇਹ ਵੀ ਨਹੀਂ ਕਿ 24 ਘੰਟੇ ਮੀਡੀਆ 'ਚ ਟੱਪੀ ਚੱਲੋ ਉਹ ਠੀਕ ਨਹੀਂ ਹੈ ਤੁਹਾਡੇ ਕੱਦ ਨੂੰ ਸਟੇਚਰ ਨੂੰ ਉਹ ਛੋਟਾ ਕਰਦਾ ਤੁਹਾਨੂੰ ਨੌਨ ਸੀਰੀਅਸ ਦੇ ਤੌਰ ਦੇ ਉੱਤੇ ਪੇਸ਼ ਕਰਦਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੇ ਦੋਸ਼ ਲਾ ਦਿੱਤਾ ਚੰਨੀ ਹੁਣਾਂ ਤੇ ਹੈਲੋ ਹਾਂਜੀ ਹਾਂਜੀ ਚੰਨੀ ਹੁਣਾਂ ਤੇ ਜਿਹੜਾ ਦੋਸ਼ ਲਾ ਦਿੱਤਾ ਉਹ ਇਹ ਕਿ ਕੋਈ ਨੈਸ਼ਨਲ ਪਲੇਅਰ ਸੀ ਕ੍ਰਿਕਟ ਦੇ ਉਹ ਕਿਤੇ ਨੌਕਰੀ ਦੀ ਗੱਲ ਕੀਤੀ ਕਿ ਮੈਨੂੰ ਵੀ ਨੌਕਰੀ ਦੇ ਦਿਓ ਉਹਨਾਂ ਨੇ ਕਿਹਾ ਕਿ ਦੋ ਦਾ ਮਤਲਬ ਵੀ ਤੁਸੀਂ ਮੇਰੇ ਭਤੀਜੇ ਨੂੰ ਮਿਲੋ ਦੋ ਦਾ ਸ਼ਬਦ ਕਹਿ ਕੇ ਭਤੀਜੇ ਨੇ ਭਤੀਜੇ ਕੋਲ ਉਹ ਬੰਦਾ 2 ਲੱਖ ਰੁਪਈਆ ਲੈ ਕੇ ਪਹੁੰਚ ਗਿਆ ਤੇ ਉਹ ਅੱਗੇ ਉਹ ਹੱਸਿਆ ਉਹਨੇ ਕਿਹਾ ਕਿ ਭਾਈ ਇਹ 2 ਲੱਖ ਰੁਪਈਆ ਇਹਦਾ ਨਾਲ ਨੌਕਰੀ ਮਿਲਦੀ ਆ 2 ਦਾ ਮਤਲਬ 2 ਕਰੋੜ ਹੁਣ ਇਹ ਗੱਲ ਪਬਲਿਕਲੀ ਭਗਵੰਤ ਮਾਨ ਨੇ ਕਿੰਨੇ ਬਚਗਾਨਾ ਢੰਗ ਦੇ ਨਾਲ ਤੁਹਾਡੇ ਇੱਕ ਐਕਸ ਚੀਫ ਮਿਨਿਸਟਰ ਤੇ ਤੁਸੀਂ ਦੋਸ਼ ਲਾ ਰਹੇ ਮਤਲਬ ਤੁਹਾਡੇ ਕੋਲ ਆਧਾਰ ਸੋਲਿਡ ਹੋਣੇ ਚਾਹੀਦੇ ਆ ਨਾ ਹੁਣ ਕੋਈ ਵੀ ਤੁਹਾਨੂੰ ਆ ਕੇ ਤੁਹਾਡੇ ਕੰਨ 'ਚ ਕੋਈ ਕਹਿ ਦੇ ਮੈਨੂੰ ਤੇ ਉਹਨਾਂ ਇੰਜ ਕਿਹਾ ਸੀ ਮੇਰੇ ਨਾਲ ਇੰਜ ਭਾਈ ਤੁਸੀਂ ਉਹਦਾ ਕੋਈ ਸੋਲਿਡ ਸਬੂਤ ਉਸ ਬੰਦੇ ਦਾ ਹੀ ਰਿਕਾਰਡ ਦੇ ਦਿਓ ਜਿਹੜੇ ਬੰਦੇ ਨੇ ਕਿਹਾ ਉਸ ਬੰਦੇ ਦੀ ਕੋਈ ਵੀਡੀਓ ਬਣਾਈ ਤੁਸੀਂ ਕੋਈ ਉਹਦੇ ਕੋਲ ਲਿਖਤੀ ਲਿਆ ਤਾਂ ਕਿ ਉਹਨੂੰ ਭੇਜ ਦਿਓ ਕਿ ਮੈਂ ਤੇ ਇਹਦੇ ਆਧਾਰ ਤੇ ਕਿਹਾ ਸੀ ਤੁਸੀਂ ਦੋਸ਼ ਲਾ ਦਿੱਤਾ ਕਿਸੇ ਤੇ ਉਹ ਚਲੇ ਗਏ ਹੁਣ ਜਿਹੜਾ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ 'ਚ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਹੈ ਕਿ ਮੇਰੇ ਤੇ ਇਹ ਦੋਸ਼ ਲਾਇਆ ਮੈਂ ਇਹੋ ਜਿਹਾ ਬਿਲਕੁਲ ਕੁਛ ਨਹੀਂ ਕੀਤਾ ਜੇ ਮੈਂ ਕੀਤਾ ਹੋਵੇ ਤੇ ਜੋ ਤੁਸੀਂ ਮਤਲਬ ਪਰਮਾਤਮਾ ਜਾਂ ਸਾਡੇ ਹੈ ਨਾ ਜਿਹੜੇ ਜਿਨ੍ਹਾਂ ਦੇ ਅੱਗੇ ਵੀ ਉਹ ਨਤਮਸਤਕ ਹੋਏ ਆ ਕਿ ਜੋ ਮੈਂ ਦੇਣਦਾਰ ਹਾਂ ਉਹਨਾਂ ਨੇ ਸ਼ਬਦ ਵਰਤਿਆ ਕਿ ਮੈਂ ਦੇਣਦਾਰ ਹਾਂ ਵੀ ਮਤਲਬ ਜੋ ਵੀ ਸਜ਼ਾ ਹੋਏ ਮੈਂ ਭੁਗਤਣ ਲਈ ਤਿਆਰ ਹਾਂ ਇਸ ਗੱਲ ਦਾ ਉਹਨਾਂ ਨੇ 2 ਵਾਰੀ ਅਰਦਾਸ 'ਚ ਕਹਿ ਕੇ ਤੇ ਜੈਕਾਰਾ ਲਾ ਕੇ ਉੱਥੋਂ ਆਏ ਕੀ ਅੱਲੇ ਪੱਲੇ ਰਹਿੰਦਾ ਅਸੀਂ ਕੀ ਪਰਮਾਤਮਾ ਦੇ ਸਾਹਮਣੇ ਹੁਣ ਜਾ ਕੇ ਇਹ ਨਿਆਂ ਲਵਾਂਗੇ ਜਾਂ ਆਪਣੀ ਜ਼ੁਬਾਨ ਨੂੰ ਲਗਾਮ ਦੇਵਾਂਗੇ ਇਹ ਫੈਸਲਾ ਤੇ ਸਾਡੇ ਰਾਜਨੀਤਿਕ ਲੋਕਾਂ ਨੇ ਕਰਨਾ ਬਿਲਕੁਲ ਸਹੀ ਗੱਲ ਕਹਿੰਦੇ ਹੋ ਕਿ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਸਾਰੇ ਲੋਕ ਨੇ ਕੋਈ ਵੀ ਹੈ ਕੋਈ ਪ੍ਰਸ਼ਾਸਨ ਦੇ ਵਿੱਚ ਵੀ ਬੈਠਾ ਹੈ ਕੋਈ ਰਾਜਨੀਤੀ ਦੇ ਅਹੁਦੇ ਤੇ ਵੀ ਬੈਠਾ ਜਿੰਨੇ ਵੀ ਨੇ ਉਹਨਾਂ ਨੂੰ ਕੰਨਾਂ ਦੇ ਕੱਚੇ ਨਹੀਂ ਹੋਣਾ ਚਾਹੀਦਾ ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਕਿ ਕਿਸੇ ਨੇ ਆ ਕੇ ਕੰਨ 'ਚ ਫੂਕ ਮਾਰ ਦਿੱਤੀ ਤੇ ਉਹਦੇ ਆਧਾਰ ਦੇ ਉੱਤੇ ਤੁਸੀਂ ਕੋਈ ਫੈਸਲਾ ਲੈ ਲਓ ਕਿਸੇ ਦੇ ਉੱਤੇ ਕੋਈ ਇਲਜ਼ਾਮ ਲਗਾ ਦਿਓ ਬਿਲਕੁਲ ਨਹੀਂ ਕੰਨਾਂ ਦੇ ਕੱਚੇ ਨਹੀਂ ਹੋਣਾ ਚਾਹੀਦਾ ਆਪ ਘੋਖਣਾ ਚਾਹੀਦਾ ਪੜਤਾਲ ਕਰਨੀ ਚਾਹੀਦੀ ਕਿਉਂਕਿ ਇਟਸ ਅ ਸੀਰੀਅਸ ਬਿਜ਼ਨਸ ਤੁਸੀਂ ਕਿਸੇ ਦੇ ਉੱਤੇ ਇੱਦਾਂ ਇਲਜ਼ਾਮ ਨਹੀਂ ਲਗਾ ਸਕਦੇ ਕਿਸੇ ਬਾਰੇ ਇੱਦਾਂ ਨਹੀਂ ਕਹਿ ਸਕਦੇ ਔਰ ਤੁਸੀਂ ਇਹ ਬਿਲਕੁਲ ਠੀਕ ਕਹੀ ਗੱਲ ਕਿ ਮੀਡੀਆ ਦੇ ਵਿੱਚ ਅਸੀਂ ਬਿਲਕੁਲ ਇੱਕ ਵੈਲ ਬਿਹੇਵਡ ਇੱਕ ਜੈਂਟਲਮੈਨ ਬਿਹੇਵੀਅਰ ਦੇ ਨਾਲ ਆਈਏ ਸਾਡਾ ਉਹ ਜੈਸਚਰ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਐਕਸੈਪਟੇਬਲ ਹੋਵੇ ਸਾਰਿਆਂ ਨੂੰ ਸਵੀਕਾਰ ਹੋਵੇ ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ ਥੈਂਕ ਯੂ ਸੋ ਮਚ ਮਨਜੀਤ ਜੀ ਔਰ ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ ਥੈਂਕ ਯੂ ਸੋ ਮਚ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ